हेलो दोस्तों, वेलकम टू सिटी पंजाब। सिटी पंजाब ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ 10 ਤੋਂ ਲੈ ਕੇ 14 ਅਗਸਤ ਤੱਕ ਜਿੰਨੇ ਵੀ ਇੰਪੋਰਟੈਂਟ ਆਰਟੀਕਲਸ ਆਏ ਹੈ ਤੁਹਾਡੇ ਐਗਜ਼ਾਮ ਲਈ ਸਭ ਡਿਸਕਸ ਕਰਾਂਗੇ। ਪ੍ਰੀਲਿਮਸ ਮੇਨ ਸਭ ਇਨਕਲੂਡਡ ਹੈ ਤੇ ਇਹ ਇੱਕ ਬਹੁਤ ਵੱਡਾ ਆਫਰ ਚੱਲ ਰਿਹਾ ਹੈ। ਇੰਡੀਪੈਂਡੈਂਸ ਡੇ ਦੀ ਸੇਲ ਸਾਡੀ ਵੈਬਸਾਈਟ ਤੇ ਚੱਲ ਰਹੀ ਹੈ। ਸੋ ਸਾਰੇ ਮੇਜਰ ਕੋਰਸਸ ਤੇ ਤੁਹਾਨੂੰ 10% ਆਫ ਮਿਲ ਰਿਹਾ ਹੈ। ਸੋ ਅਵੇਲ ਦਾ ਆਫਰ ਟੂ ਦੀ अर्लीस्ट ਪੋਸੀਬਲ। ਕੱਲ ਤੱਕ ਇਹ ਵੈਲਿਡ ਹੈ, ਮਿਡਨਾਈਟ ਤੱਕ ਇਹ ਵੈਲਿਡ ਰਹੇਗਾ। ਸੋ ਮੇਕ ਦ ਪੋਸੀਬਲ ਬੈਸਟ ਪੋਸੀਬਲ ਯੂਜ਼ ਆਫ ਥੀਸ ਆਪਸ਼ਨਸ। ਠੀਕ ਹੈ, ਗਾਈਡ ਚਾਹੀਦਾ ਹੈ ਤੁਹਾਨੂੰ ਆਪਣੀ ਪ੍ਰੈਪਰੇਸ਼ਨ ਲਈ, ਜੁਆਇਨ ਦੀ ਮੈਂਟਰਸ਼ਿਪ ਪ੍ਰੋਗਰਾਮ। ਇਫ ਯੂ ਆਰ ਅ ਬਿਗਨਰ ਯੂ ਨੀਡ ਟੂ ਲਰਨ ਆਲ ਦ ਜੀਐਸ ਸਬਜੈਕਟਸ ਦੈਨ ਜੁਆਇਨ ਆਵਰ ਜੀਐਸ ਕੋਰਸ। ਅਗਰ ਤੁਸੀਂ ਐਕਸਪੀਰੀਅੰਸ ਪਲੇਅਰ ਹੋ, ਤੁਸੀਂ ਰਿਵਿਜ਼ਨ ਕਰਨੀ ਹੈ, ਤੁਸੀਂ ਪ੍ਰੈਕਟਿਸ ਕਰਨੀ ਹੈ, ਦੈਨ ਜੁਆਇਨ ਆਰ ਟੈਸਟ ਸੀਰੀਜ਼ ਕੋਰਸ। ਰਾਈਟ, everything is available for you to be prepared for the upcoming PCS notification and examination. So get yourself into the preparation mode now. Do not wait any longer. Do the necessary things that are required. Right? ਹੋਰ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ, just message us on this number or call us on this number. We'll be there to assist you. ਰਾਈਟ, ਲੈਟਸ ਸੀ ਅੱਜ ਦੇ ਟੌਪਿਕਸ ਜਿਹੜੇ ਆਪਾਂ ਡਿਸਕਸ ਕਰਨੇ ਆ। ਚਾਰ ਬਹੁਤ ਹੀ ਇੰਪੋਰਟੈਂਟ ਮੇਜਰ ਟੌਪਿਕਸ ਆਪਾਂ ਡਿਸਕਸ ਕਰਾਂਗੇ। ਫਰਸਟ, ਪੰਜਾਬ ਵਿੱਚ ਸਟਬਲ ਬਰਨਿੰਗ ਦੀ ਬਹੁਤ ਇਸ਼ੂ ਹੈ, ਉਹਦੇ ਨਾਲ ਰਿਲੇਟਡ ਪੰਜਾਬ ਗਵਰਨਮੈਂਟ ਨੇ ਕੁਝ ਪ੍ਰੋਵੀਜ਼ਨਸ ਕੀਤੀਆਂ, ਇਹਨੂੰ ਦੇਖ ਲਵਾਂਗੇ। ਦੈਨ ਇੰਡੀਆ ਅਰਬ ਮੈਡੀਟੇਰੀਅਨ ਟ੍ਰਾਂਜ਼ਿਟ ਕੋਰੀਡੋਰ ਇੱਕ ਨਵਾਂ ਪਿਕਚਰ ਚ ਆ ਰਿਹਾ ਹੈ, ਜਲਦ ਹੀ ਹੋ ਸਕਦਾ ਹੈ ਸਕਸੈਸਫੁਲੀ ਇਹ ਆਪਾਂ ਲੇ ਕਰਨ ਚ ਸਕਸੈਸਫੁਲ ਹੋਈਏ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਮੇਨਸ ਦੇ ਲਈ, ਇਹਨੂੰ ਦੇਖ ਲਵਾਂਗੇ। ਦੈਨ ਚੀਫ ਇਲੈਕਸ਼ਨ ਕਮਿਸ਼ਨ ਦੀ ਅਪਾਇੰਟਮੈਂਟ ਪ੍ਰੋਸੀਜਰ ਚ ਕੁਝ ਚੇਂजेस ਕੀਤੇ ਜਾ ਰਹੇ ਨੇ ਬਾਏ ਬਿੱਲ ਲਾਅ ਇੰਟਰੋਡਿਊਸਡ ਬਾय ਦ ਗਵਰਨਮੈਂਟ ਇਨ ਪਾਰਲੀਮੈਂਟ। ਇਹਨੂੰ ਦੇਖ ਲਵਾਂਗੇ, ਇਹਦੇ ਇਸ਼ੂਜ਼ ਕਿਆ ਹੈ ਉਹਨੂੰ ਦੇਖਾਂਗੇ ਬਰੀਫਲੀ। ਐਂਡ ਦੈਨ ਫਾਈਨਲੀ ਪੰਜਾਬ ਫਾਰਮਰ ਤੇ ਕਿੰਨਾ ਜ਼ਿਆਦਾ ਕਰਜ਼ਾ ਚੜਿਆ ਹੈ ਜਿਹਦੀ ਵਜ੍ਹਾ ਤੋਂ ਪੰਜਾਬ ਫਾਰਮਰ ਸਫਰ ਕਰ ਰਿਹਾ ਹੈ, ਨਾਬਾਰਡ ਦੀ ਰਿਪੋਰਟ ਆਈ ਹੈ, ਇਹਨੂੰ ਦੇਖਾਂਗੇ। ਬਹੁਤ ਹੀ ਇੰਪੋਰਟੈਂਟ ਹੈ ਆਪਣੇ ਐਗਜ਼ਾਮੀਨੇਸ਼ਨ ਦੇ ਲਈ। ਰਾਈਟ, ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸਾਡਾ ਚੈਨਲ ਵਿਦ ਐਜ਼ ਮੈਨੀ ਐਸਪੀਰੈਂਟਸ ਐਜ਼ ਯੂ ਕੈਨ। ਸਾਡੇ ਚੈਨਲ ਨੂੰ ਵਧਾਵਾ ਦਿਓ, ਸਪੋਰਟ ਅਸ। ਰਾਈਟ, ਫਸਟ ਟੌਪਿਕ ਦੇਖਦੇ ਹਾਂ ਸਟਬਲ ਬਰਨਿੰਗ ਤੇ। ਪੰਜਾਬ ਵਿੱਚ ਤੁਹਾਨੂੰ ਪਤਾ ਹੈ ਕਿ ਪਰਾਲੀ ਜਿਹਨੂੰ ਆਪਾਂ ਕਹਿੰਦੇ ਆ, ਸਟਬਲ ਇਜ਼ ਬੇਸਿਕਲੀ ਪਰਾਲੀ ਸਾੜਨ ਦਾ ਕਾਫੀ ਜ਼ਿਆਦਾ ਟ੍ਰੈਂਡ ਦੇਖਿਆ ਜਾਂਦਾ ਹੈ ਪੰਜਾਬ, ਹਰਿਆਣਾ ਤੇ ਯੂਪੀ ਦੇ ਕੁਝ ਇਲਾਕਿਆਂ ਵਿੱਚ, ਜਿਹਦੇ ਕਰਕੇ 에ਅਰ ਪੋਲਿਊਸ਼ਨ ਦੇ ਕਾਫੀ ਆਪਾਂ ਭਿਆਨਕ ਕੇਸਿਸ ਦੇਖਦੇ ਹਾਂ। ਲੋਕਾਂ ਦੀ ਹੈਲਥ ਤੇ ਵੀ ਇੰਪੈਕਟ ਹੁੰਦਾ ਹੈ, ਫਾਰਮਰ ਦੀ ਹੈਲਥ ਤੇ ਇੰਪੈਕਟ ਹੁੰਦਾ ਹੈ, ਵਹੀਕੂਲਰ ਐਕਸੀਡੈਂਟਸ ਵਗੈਰਾ ਵੀ ਕਾਫੀ ਹੁੰਦੇ ਹੈ। ਤਾਂ ਇਹ ਇੱਕ ਮੇਜਰ ਨੈਸ਼ਨਲ ਇਸ਼ੂ ਹੈ। ਇਸੇ ਲਈ ਸੈਂਟਰ ਤੇ ਸਟੇਟ ਦੀਆਂ ਦੋਨੋਂ ਹੀ ਗਵਰਨਮੈਂਟਸ ਜਿਹੜੀਆਂ ਮਿਲ ਕੇ ਇਹ ਪ੍ਰੋਬਲਮ ਨੂੰ ਮੈਨੇਜ ਕਰਨ ਲਈ ਕੋਸ਼ਿਸ਼ ਕਰ ਰਹੀਆਂ ਹੈ। ਬਟ ਰੀਸੈਂਟਲੀ ਪੰਜਾਬ ਗਵਰਨਮੈਂਟ ਨੇ ਨਵੇਂ ਪਲਾਨ ਇੰਟਰੋਡਿਊਸ ਕੀਤੇ ਨੇ, ਜਿਹਦੇ ਅੰਡਰ ਇਹ ਆਲਮੋਸਟ 350 ਕਰੋੜ ਰੁਪਇਆ ਜਿਹੜਾ ਹੈ ਦੇ ਵਿਲ ਯੂਜ਼ ਫॉर ਮੈਨੇਜਿੰਗ ਸਟਬਲ ਇਨ ਪੰਜਾਬ। ਰਾਈਟ, ਬਹੁਤ ਅੱਛੀ ਅਮਾਉਂਟ ਹੈ। ਇਹ ਕੈਨ ਹੈਲਪ ਇਨ ਅਚੀਵਿੰਗ ਦਾ ਰਾਈਟ ਟਾਰਗੇਟਸ। ਠੀਕ ਹੈ ਜੀ। ਐਂਡ ਇਹਦੇ ਅੰਡਰ ਕਿਆ ਕਿਆ ਕੀਤਾ ਜਾਏਗਾ, ਡਿਫਰੈਂਟ ਸਟੈਪਸ ਤਾਂ ਲਿੱਤੇ ਹੀ ਜਾਣਗੇ, ਜਿਵੇਂ ਕਿ ਅਵੇਅਰਨੈਸ ਜਨਰੇਸ਼ਨ। ਬਟ ਸਭ ਤੋਂ ਇੰਪੋਰਟੈਂਟ ਜਿਹੜਾ ਹੈ, ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਮਸ਼ੀਨਸ ਬਣਾਈਆਂ ਜਾਣ, ਕਿਸਾਨਾਂ ਤੱਕ ਪਹੁੰਚਾਈਆਂ ਜਾਣਗੀਆਂ। ਰਾਈਟ, ਇਹ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਮਸ਼ੀਨਸ ਕਿਆ ਹੁੰਦਾ, ਫਿਰ ਫਾਰਮਰ ਨੂੰ ਜਲਾਉਣ ਦੀ ਜ਼ਰੂਰਤ ਨਹੀਂ ਹੈ, ਰਾਦਰ ਇਹ ਮਸ਼ੀਨਸ ਵਗੈਰਾ ਯੂਜ਼ ਕਰਕੇ ਉਹ ਜਿਹੜਾ ਰੈਜ਼ੀਡਿਊ ਬਚਿਆ ਹੈ ਉਹਨੂੰ ਰਿਟਰੀਵ ਕਰ ਸਕਦੇ ਆ, ਸੇਲ ਕਰ ਸਕਦੇ ਆ, ਜਿਹਨੂੰ ਕਿ ਆਪਾਂ ਬਾਇਓਫਿਊਲ ਚ ਕਨਵਰਟ ਕਰ ਸਕਦੇ ਹਾਂ। ਰਾਈਟ, ਸੋ ਇਸ ਤਰੀਕੇ ਦੀ ਮਸ਼ੀਨਸ ਤੇ ਪੈਸਾ ਹੁਣ ਲਗਾਇਆ ਜਾਏਗਾ। ਤਾਂ ਇਹ ਬਹੁਤ ਹੀ ਅੱਛਾ ਪਲਾਨ ਹੈ, ਇਹਨੂੰ ਲਿਖ ਕੇ ਰੱਖੋ ਪੰਜਾਬ ਗਵਰਨਮੈਂਟ ਦੇ ਸਟੈਪ ਦਾ। ਪੰਜਾਬ ਗਵਰਨਮੈਂਟ ਆਲਸੋ ਟਾਰਗੇਟ ਕਰ ਰਿਹਾ ਹੈ ਜ਼ੀਰੋ ਸਟਬਲ ਇਨ ਬਰਨਿੰਗ ਇਨਸੀਡੈਂਟਸ ਦੇ ਇਨ 7 ਡਿਸਟ੍ਰਿਕਟਸ ਆਫ ਪੰਜਾਬ। 7 ਮੇਜਰ ਜ਼ਿਲ੍ਹਿਆਂ ਵਿੱਚ ਇਹ ਕੋਸ਼ਿਸ਼ ਕੀਤੀ ਜਾਏਗੀ ਕਿ ਅੱਗੇ ਆਉਣ ਵਾਲੇ ਟਾਈਮ ਵਿੱਚ ਜ਼ੀਰੋ ਸਟਬਲ ਬਰਨਿੰਗ ਦੇ ਕੇਸਿਸ ਮਿਲਣ। ਰਾਈਟ, ਇਹ ਵੀ ਬਹੁਤ ਅੱਛਾ ਟਾਰਗੇਟ ਹੈ ਪੰਜਾਬ ਗਵਰਨਮੈਂਟ ਦਾ। ਲੈਟਸ ਸੀ ਹਾਊ ਦੇ ਇੰਪਲੀਮੈਂਟ ਇਟ, ਬਟ ਗਵਰਨਮੈਂਟ ਪਾਲਿਸੀ ਦੇ ਪਰਸਪੈਕਟਿਵ ਤੋਂ this is very important. Right, so keep them written with you, you can use them in your answers. Right, now a very important news that have come up in the way India is trying to connect with the rest of the world, especially the European countries. ਰਾਈਟ, ਸੋ ਇੰਡੀਆ PM ਜਿਹੜੇ ਹੈ ਗ੍ਰੀਸ ਚ ਗਏ ਨੇ ਰੀਸੈਂਟਲੀ ਵਿਜ਼ਿਟ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵਿਜ਼ਿਟ ਦਾ ਮੇਨ ਕਾਰਨ ਹੈ ਇੰਡੀਆ ਨੂੰ ਮੈਡੀਟਰੇਨੀਅਨ ਤੱਕ ਪਹੁੰਚਾਣਾ। ਰਾਈਟ, ਲੈਟ ਮੀ ਐਕਸਪਲੇਨ ਆਲ ਆਫ ਦਿਸ ਕੰਸੈਪਟ ਵਿਦ ਦਿਸ ਮੈਪ। ਰਾਈਟ, ਹੇਅਰ ਯੂ ਕੈਨ ਸੀ ਇੰਡੀਆ। ਠੀਕ ਹੈ ਜੀ, ਆਈ ਹੋਪ ਦਿਸ ਇਜ਼ ਕਲੀਅਰ ਟੂ ਯੂ। ਰਾਈਟ, ਇਹ ਜਿਹੜੀਆਂ ਹੈ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਡਲ ਈਸਟਰਨ ਕੰਟਰੀਜ਼ ਕਹਿੰਦੇ ਆ, ਮੇਨਲੀ ਆਪਣੀਆਂ ਇਸਲਾਮਿਕ ਕੰਟਰੀਜ਼, ਈਰਾਨ। ਰਾਈਟ, ਦੈਟ ਯੂ ਕੈਨ ਸੀ ਹੇਅਰ, ਇਹ ਸਾਊਦੀ ਅਰੇਬੀਆ ਹੈ, ਦਿਸ ਇਜ਼ UAE ਬੇਸਿਕਲੀ, ਦੁਬਈ ਜਿੱਥੇ ਤੁਸੀਂ ਦੇਖ ਰਹੇ ਹੋ। ਰਾਈਟ, ਦਿਸ ਸਮਾਲ ਪਾਰਟ ਇਜ਼ ਇਜ਼ਰਾਈਲ ਐਂਡ ਦਿਸ ਇਜ਼ ਗ੍ਰੀਸ। ਰਾਈਟ, ਦਿਸ ਇਜ਼ ਯੂਰ ਮੈਡੀਟਰੇਨੀਅਨ ਸੀ।
ਰਾਈਟ। ਸੋ ਹੁਣ ਇੰਡੀਆ ਕਿਆ ਕੋਸ਼ਿਸ਼ ਕਰ ਰਹੀ ਹੈ ਕਿ ਯੂਰਪ ਤੱਕ ਪਹੁੰਚਣ ਲਈ, ਠੀਕ ਹੈ, ਯੂਰਪ ਤੱਕ ਪਹੁੰਚਣ ਲਈ ਆਪਦੇ ਟ੍ਰੇਡ ਨੂੰ ਪਹੁੰਚਾਉਣ ਲਈ ਇੱਕ ਕਨੈਕਟੀਵਿਟੀ ਰੂਟ ਜਿਹੜਾ ਹੈ ਕ੍ਰੀਏਟ ਕੀਤਾ ਜਾਵੇ। ਰਾਈਟ, ਹੁਣ ਤੁਸੀਂ ਸੋਚੋਗੇ ਕਿ ਸਾਡਾ ਟ੍ਰੇਡ ਤਾਂ ਕਦੋਂ ਦਾ ਸਦੀਆਂ ਤੋਂ ਚੱਲ ਰਿਹਾ, ਸਾਡੇ ਕੋਲ ਰੂਟਸ ਹੈ ਨਹੀਂ ਕਿਆ? ਦੀ ਰੂਟਸ ਆਰ ਮੈਨੀ। ਲੈਟ ਮੀ ਟੈਲ ਯੂ, ਆਲਰੇਡੀ ਜਿਹੜਾ ਸਭ ਤੋਂ ਜ਼ਿਆਦਾ ਚੱਲਦਾ ਹੈ ਰੂਟ ਹੈ ਉਹ ਰੈਡ ਸੀ ਦੇ ਥਰੂ ਹੋ ਕੇ, ਸੁਇਜ਼ ਕੈਨਾਲ ਦੇ ਥਰੂ ਹੋ ਕੇ ਜਿਹੜਾ ਰੂਟ ਜਾਂਦਾ ਹੈ ਇੱਥੇ, ਜਿਹੜਾ ਇਜਿਪਟ ਵਿੱਚ ਸੁਇਜ਼ ਕੈਨਾਲ ਹੈ, ਦਿਸ ਇਜ਼ ਦ ਮੋਸਟ ਪਪੂਲਰ ਰੂਟ। ਬਟ ਇਹਦਾ ਇਸ਼ੂ ਕਿਆ ਹੈ, ਬਹੁਤ ਹੀ ਕਰਾਊਡਡ ਹੋ ਗਿਆ ਹੈ। right, and it is longer also than what we are trying to make, ठीक है, and costlier also in return। लंबा होएगा, तेल ज्यादा लगेगा, कोयला ज्यादा लगेगा, ट्रांसपोर्ट शिपमेंट कॉस्ट ज्यादा लगेगी, so costlier also, ठीक है। इसी तरीके नाल, so this is the most used currently you know ट्रांजिट सिस्टम। बट देखो ਇਹਦੇ ਕਾਫੀ ਆਲਟਰਨੇਟਿਵ ਇੰਡੀਆ ਟਰਾਈ ਕਰ ਰਿਹਾ ਹੈ ਕਦੋਂ ਦੇ ਬਣਾਉਣ ਦਾ। ਲੈਟ ਮੀ ਗਿਵ ਯੂ ਦ ਡਿਟੇਲਸ। ਇੰਡੀਆ ਨੇ ਦੇਖੋ ਈਰਾਨ ਨਾਲ ਮਿਲ ਕੇ ਵੀ ਯੂਰਪੀਅਨ ਕੰਟਰੀਜ਼ 'ਚ ਪਹੁੰਚਣ ਦੀ ਕਾਫੀ ਕੋਸ਼ਿਸ਼ ਕੀਤੀ ਹੈ, ਸੈਂਟਰਲ ਏਸ਼ੀਅਨ ਕੰਟਰੀਜ਼ ਵਿੱਚ ਵੀ, ਯੂਰੋਪੀਅਨ ਕੰਟਰੀਜ਼ 'ਚ ਵੀ। ਇਹਦੇ ਲਈ INSTC ਤੇ ਕਾਫੀ ਫੋਕਸ ਕੀਤਾ ਜਾ ਰਿਹਾ ਸੀ, ਰਾਈਟ। ਬਟ ਯੂ ਆਲਰੇਡੀ ਨੋ INSTC ਜਿਹੜਾ ਹੈ ਕਾਫੀ ਇਸ਼ੂਜ਼ ਵਿੱਚ ਹੈ, ਈਰਾਨ ਉੱਤੇ ਸੈਂਕਸ਼ਨਸ ਲੱਗਣ ਕਰਕੇ ਈਰਾਨ ਨਾਲ ਜਿਹੜੀ ਇਹ ਪ੍ਰੋਗਰੈਸ ਹੈ ਕਾਫੀ ਅੱਗੇ ਵੱਧ ਨਹੀਂ ਪਾ ਰਹੀ ਹੈ, ਰਾਈਟ। ਸੋ ਇਸੇ ਲਈ ਜਿੰਨੇ ਵੀ ਪ੍ਰੋਜੈਕਟਸ ਪ੍ਰਪੋਜ਼ਲਸ ਹਜੇ ਤੱਕ ਇੰਡੀਆ ਨੇ ਬਣਾਏ ਹੈ ਉਹ ਸਕਸੈਸਫੁਲ ਨਹੀਂ ਰਹੇ ਨੇ, right? So now this route is being proposed. See here clearly, I'll erase all of this, right? ताकि अच्छे तरीके नाल तुसे समझ सको। So now India is targeting on this red dotted Sara route because this will give India, cheaper access, less time will be taken, right, to reach European markets। ਇੱਥੇ ਸਾਡੇ ਕੋਲ European markets ਹੈ, India can reach via these Arabian countries, ਰਾਈਟ। ਇਸੇ ਲਈ ਇਹਨੂੰ ਕਿਹਾ ਜਾ ਰਿਹਾ ਹੈ ਇੰਡੀਆ ਅਰਬ ਮੈਡੀਟਰੇਨੀਅਨ ਟ੍ਰਾਂਜ਼ਿਟ ਕੋਰੀਡੋਰ, ਰਾਈਟ। ਬਹੁਤ ਹੀ ਇੰਪੋਰਟੈਂਟ ਹੈ। ਇਸ 'ਚ ਦੇਖੋ ਮੇਨ ਕੰਟਰੀਜ਼ ਕਿਹੜੀਆਂ ਇਨਵੋਲਵਡ ਹੈ ਉਹ ਆਪਾਂ ਯਾਦ ਰੱਖਣੀਆਂ ਹੈ। ਇੰਡੀਆ ਓਬਵੀਅਸਲੀ, ਐਂਡ ਦੈਨ ਯੂ ਸੀ ਦਿਸ ਇਜ਼ UAE, ਠੀਕ ਹੈ, ਦੁਬਈ ਵਾਲੇ ਏਰੀਆ UAE 'ਚ ਹੋ ਕੇ ਇਹ ਪਾਥ ਜਿਹੜਾ ਇਹ ਜਾਏਗਾ, ਕੋਰੀਡੋਰ ਜਾਏਗਾ। ਐਂਡ ਦੈਨ ਸਾਊਦੀ ਅਰੇਬੀਆ, ਇਹ ਸਾਰਾ ਤੁਸੀਂ ਦੇਖ ਸਕਦੇ ਹੋ, ਸਾਊਦੀ ਅਰੇਬੀਆ 'ਚੋਂ ਮੇਨ ਇਹਦੇ ਕਨੈਕਟੀਵਿਟੀ ਲਿੰਕਸ ਜਾ ਰਹੇ ਨੇ। ਐਂਡ ਫਾਈਨਲੀ ਆ ਹਾਈਫਾ ਪੋਰਟ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਅਦਾਨੀ ਗਰੁੱਪ ਦਾ ਪੋਰਟ ਹੈ ਜਿਹੜਾ ਕਿ ਇਜ਼ਰਾਈਲ ਵਿੱਚ ਬਣ ਕੇ ਤਿਆਰ ਹੋ ਰਿਹਾ ਹੈ, ਰਾਈਟ। ਇਸ ਤੋਂ ਬਾਅਦ ਇਟ ਵਿਲ ਰੀਚ ਗ੍ਰੀਸ, ਐਂਡ ਗ੍ਰੀਸ ਤੋਂ ਅੱਗੇ it will give us access to entire Europe, right? So ਇਸੇ ਲਈ ਇਹ ਕੰਟਰੀਜ਼ ਇਹਦੇ ਪਾਰਟ ਨੇ। ਇਹ ਸਾਰੀ ਕੰਟਰੀਜ਼ ਜਿਹੜੀਆਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਹੈ ਇਸ ਪ੍ਰੋਜੈਕਟ ਦੇ ਲਈ, ਰਾਈਟ। ਸੋ these are the basic factual details। now what is the significance, ਕਿਉਂ ਇੰਡੀਆ ਇਹ ਰੂਟ ਤੇ ਫੋਕਸ ਕਰ ਰਿਹਾ ਹੈ, ਕੁਝ ਆਪਾਂ ਡਿਸਕਸ ਕਰ ਚੁੱਕੇ ਹਾਂ। ਦੇਖੋ ਅਵੋਇਡ ਸੁਏਜ਼ ਕੈਨਾਲ, ਸੁਏਜ਼ ਕੈਨਾਲ ਜਿਹੜੀ ਹੈ ਕਾਫੀ ਕਰਾਊਡਡ ਹੋ ਰਹੀ ਜਾ ਰਹੀ ਹੈ ਐਂਡ ਕੋਸਟਲੀਅਰ ਵੀ ਹੈ, ਉਹਨੂੰ ਆਪਾਂ ਅਵੋਇਡ ਕਰ ਸਕਦੇ ਹਾਂ। INSTC ਜਿਹੜਾ ਕਿ ਅੱਗੇ ਨਹੀਂ ਵੱਧ ਰਿਹਾ ਹੈ ਉਹਦਾ ਵੀ ਆਲਟਰਨੇਟਿਵ ਹੈ ਇਹ। ਅਵੋਇਡ ਤਾਂ ਕਿਆ ਕਰਨਾ, ਇੰਡੀਆ ਕੋਸ਼ਿਸ਼ ਤਾਂ ਇਹਦੀ ਵੀ ਕਰਦਾ ਰਹੂ, ਬਟ ਇਟ ਇਜ਼ ਪ੍ਰੋਵਾਈਡਿੰਗ ਅਸ ਐਨ ਆਲਟਰਨੇਟਿਵ। ਜਿੰਨੇ ਤੱਕ INSTC ਅੱਗੇ ਨਹੀਂ ਵੱਧ ਰਿਹਾ ਉਹਨੇ ਤੱਕ ਆਪਾਂ ਇਹ ਨਏ ਏਰੀਆ ਤੇ ਫੋਕਸ ਕਰ ਸਕਦੇ ਹਾਂ, right? Then it is being projected ਕਿ ਇਹ cheaper ਵੀ ਹੋਏਗਾ, right? Because it is shorter than the other routes। it will take less time as it is shorter। 17 ਤੋਂ 10 ਦਿਨ ਤੱਕ ਘਟਾ ਸਕਦੇ ਆ the time that it takes for the goods to reach from India to European markets, ਠੀਕ ਹੈ ਜੀ। ਇਸੇ ਤਰੀਕੇ ਨਾਲ ਕਨੈਕਟੀਵਿਟੀ ਆਪਾਂ ਨੂੰ ਯੂਰਪ ਨਾਲ ਪ੍ਰੋਵਾਈਡ ਕਰੇਗਾ। ਸਟ੍ਰੈਟੇਜਿਕ ਸਿਗਨੀਫੀਕੈਂਸ ਹੈ ਬਿਕੋਜ਼ ਵੀ ਆਲ ਨੋ ਚਾਈਨਾ ਇਜ਼ ਐਕਸਪੈਂਡਿੰਗ ਇਟਸ ਵਿੰਗਸ ਵਿਦ ਦੀ BRI। ਸਾਰੀ ਮਾਰਕੀਟਸ ਜਿਹੜੀ ਹੈ ਚਾਈਨਾ ਇਕਵਾਇਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਵਨ ਯੂਰੋਪੀਅਨ ਮਾਰਕੀਟਸ, ਬਾਈ ਕਨੈਕਟਿੰਗ them ਥਰੂ BRI, ਠੀਕ ਹੈ। ਸੋ ਅਗਰ ਆਪਾਂ ਚਾਹੁੰਦੇ ਹਾਂ ਕਿ ਸਾਡਾ ਵੀ ਟ੍ਰੇਡ ਪ੍ਰੋਸਪਰ ਕਰੇ, ਅਸੀਂ ਚਾਈਨਾ ਦੀ ਇਕਨੋਮਿਕ ਪ੍ਰਾਉਸ ਨੂੰ ਕਾਊਂਟਰ ਕਰ ਸਕੀਏ, then it is very important for us also to connect with these parts of the world। ਤੇ ਇਹ ਰੂਟ ਇੰਡੀਆ ਅਰਬ ਮੈਡੀਟਰੇਨੀਅਨ ਰੂਟ ਕਾਫੀ ਹੈਲਪ ਕਰੇਗਾ ਇੰਡੀਆ ਨੂੰ ਟੂ ਰੀਚ ਟੂ ਦੀ ਯੂਰੋਪੀਅਨ ਮਾਰਕੀਟਸ, ਠੀਕ ਹੈ ਜੀ। ਔਰ ਬਾਕੀ ਗ੍ਰੀਸ ਲਈ ਵੀ ਫਾਇਦਾ ਹੈ। ਗ੍ਰੀਸ ਦਾ ਟਰਕੀ ਨਾਲ ਰਿਲੇਸ਼ਨਸ ਜਿਹੜੇ ਅੱਛੇ ਨਹੀਂ ਹੈ, ਜਿਹਦੀ ਵਜ੍ਹਾ ਤੋਂ ਗ੍ਰੀਸ ਜਿਹੜਾ ਹੈ ਟਰਕੀ ਤੇ ਡਿਪੈਂਡੈਂਟ ਰਹਿੰਦਾ ਹੈ ਫॉर ਟ੍ਰੇਡ, ਫॉर ਮੂਵਮੈਂਟ। ਸੋ ਨਾਓ ਟਰਕੀ ਨੂੰ ਅਵੋਇਡ ਕਰਕੇ ਇਟ ਕੈਨ ਟੇਕ ਦਿਸ ਅਰੇਬੀਅਨ ਰੂਟ ਟੂ ਰੀਚ ਟੂ ਏਸ਼ੀਅਨ ਮਾਰਕੀਟਸ, ਠੀਕ ਹੈ ਜੀ। ਸੋ ਦੈਟ ਇਜ਼ ਵਾਈ ਦਿਸ ਪ੍ਰੋਜੈਕਟ ਇਜ਼ ਵੈਰੀ ਇੰਪੋਰਟੈਂਟ। ਬਟ ਅੱਗੇ ਚੱਲ ਕੇ ਕੁਝ ਚੈਲੰਜਸ ਵੀ ਹੋਣਗੇ, ਆਲ ਇਜ਼ ਨਾਟ ping or you can say good with this। first of all ਜਿੰਨੀਆਂ ਵੀ ਆਪਾਂ ਕਿਹਾ ਇਨਵੋਲਵਡ ਕੰਟਰੀਜ਼ ਹੈ, that means UAE, ਇੰਡੀਆ, ਸਾਊਦੀ ਅਰੇਬੀਆ, ਇਜ਼ਰਾਈਲ ਤੇ ਗ੍ਰੀਸ, ਇਹਨਾਂ ਸਭ ਵਿੱਚ ਇਕਮਤ ਹੋਣੀ ਚਾਹੀਦੀ ਹੈ ਫॉर ਦਿਸ ਪ੍ਰੋਜੈਕਟ। ਐਂਡ ਵੀ ਆਲਰੇਡੀ ਨੋ ਕਿ
ਸਾਊਦੀ ਅਰੇਬੀਆ ਤੇ ਇਜ਼ਰਾਈਲ ਦੇ ਰਿਲੇਸ਼ਨਸ ਹਜੇ ਬਹੁਤ ਅੱਛੇ ਨਹੀਂ ਹੈ। ਯੂਏਈ ਤੇ ਇਜ਼ਰਾਈਲ ਦੇ ਤਾਂ I2U2 ਫੋਰਮ ਤੋਂ ਬਾਅਦ ਹੁਣ ਪੋਜ਼ਿਟਿਵ ਟਰਨ ਲੈ ਰਹੇ ਨੇ ਰਿਲੇਸ਼ਨਸ, ਬਟ ਹਜੇ ਤੱਕ ਸਾਊਦੀ ਅਰੇਬੀਆ ਤੇ ਇਜ਼ਰਾਈਲ ਦੇ ਵਿੱਚ ਰੀਕਨਸੀਲੀਏਸ਼ਨ ਬਹੁਤ ਜ਼ਿਆਦਾ ਦੇਖੀ ਨਹੀਂ ਗਈ ਹੈ, ਰਾਈਟ। ਸੋ ਇਸੇ ਲਈ ਚੈਲੰਜ ਰਹੇਗਾ ਕਿ ਸਾਰੀ ਜਿਹੜੀ ਇਨਵੋਲਵਡ ਸਟੇਟਸ ਹੈ ਉਹ ਇਸ ਪ੍ਰੋਜੈਕਟ ਲਈ ਮੰਨਣਗੀ ਤੇ ਸਪੋਰਟ ਦੇਣਗੀਆਂ ਕਿ ਨਹੀਂ। ਪੋਜ਼ਿਟਿਵਿਟੀ ਹੋ ਸਕਦੀ ਹੈ, ਇੰਡੀਆ ਇਸ ਪਾਸੇ ਹੀ ਹੁਣ ਟਰਾਈ ਕਰੇਗਾ। ਇਟ ਇਜ਼ ਹਾਈਲੀ ਲਾਈਕਲੀ ਦੈਟ ਦੇ ਵਿਲ ਅਗਰੀ ਬਿਕੋਜ਼ ਇਕਨੋਮਿਕ ਇੰਟਰਸਟ ਸਭ ਦੇ ਇੰਸ਼ੋਰ ਹੋਣਗੇ, ਇਹਨਾਂ ਨੂੰ ਟ੍ਰਾਂਜ਼ਿਟ ਫੀ ਵਗੈਰਾ ਮਿਲੇਗੀ, ਰਾਈਟ। ਸੋ ਹਾਈਲੀ ਪ੍ਰੋਬੇਬਲ ਹੈ, ਬਟ ਇਹ ਅੱਗੇ ਚੈਲੰਜ ਜ਼ਰੂਰ ਰਹੇਗਾ, ਠੀਕ ਹੈ। ਦੂਸਰਾ ਇਕਨੋਮਿਕ ਵਾਇਬਿਲਿਟੀ ਦਾ ਇਸ਼ੂ ਰਹੇਗਾ। ਦੇਖੋ ਅਗਰ ਆਪਾਂ ਇਸ ਪੈਸੇਜ ਨੂੰ ਵਾਇਬਲ ਬਣਾਉਣਾ ਹੈ, ਇੱਥੇ ਇੰਨੇ ਸਾਰੇ ਸ਼ਿਪਸ ਬਣਨਗੇ, ਕੰਟੇਨਰ ਪੋਰਟਸ ਬਣਨਗੇ, ਜਾਂ ਫਿਰ ਫਰੇਟ ਲੌਜਿਸਟਿਕਸ ਦਾ ਬਹੁਤ ਮਟੀਰੀਅਲ ਸੈਟਅਪ ਕਰਨਾ ਪੜੇਗਾ ਫॉर ਇੰਡੀਅਨ ਗੁੱਡਸ ਟੂ ਟਰੈਵਲ। ਹੁਣ ਦੇਖੋ ਇਹ ਰੂਟ, ਇੱਥੋਂ ਦੇ ਬਿਜ਼ਨਸ ਜਿਹੜੇ ਇੱਥੇ ਸਟੈਬਲਿਸ਼ ਹੋਣਗੇ, ਲੌਜਿਸਟਿਕ ਬਿਜ਼ਨਸਿਸ, ਇਹ ਸਕਸੈਸਫੁਲ ਤਦ ਹੀ ਹੋਣਗੇ ਅਗਰ ਜ਼ਿਆਦਾ ਤੋਂ ਜ਼ਿਆਦਾ ਟ੍ਰੇਡ ਇਹਦੇ ਥਰੂ ਹੋਵੇ। ਜਿਵੇਂ ਸਵਿਸ ਕੈਨਾਲ ਵਾਲਾ ਪਾਥ ਜਿਹੜਾ ਹੈ ਬਹੁਤ ਸਕਸੈਸਫੁਲ ਹੈ ਟ੍ਰੇਡਰਸ ਲਈ, ਲੌਜਿਸਟਿਕ ਕੰਪਨੀਜ਼ ਲਈ ਜਿਹੜੀਆਂ ਇੱਥੇ ਐਸਟੈਬਲਿਸ਼ ਨੇ ਇਸ ਪੂਰੇ ਪਾਥ ਵਿੱਚ, ਬਿਕੋਜ਼ ਇਟ ਇਜ਼ ਹਾਈਲੀ ਯੂਜ਼ਡ, ਐਜ਼ ਆਈ ਟੋਲਡ ਯੂ ਇਟ ਇਜ਼ ਵੈਰੀ ਵੈਰੀ ਕਰਾਊਡਡ, ਰਾਈਟ। ਇਸੇ ਤਰੀਕੇ ਨਾਲ ਆਪਾਂ ਇਹ ਨਵਾਂ ਪਾਥ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਟ ਕੈਨ ਬੀ ਸਕਸੈਸਫੁਲ। ਇਹਦੇ ਬਿਜ਼ਨਸਿਸ ਜਿਹੜੇ ਆ ਉਹ ਇੰਟਰਸਟਿਡ ਹੋਣਗੇ ਆਪਦੇ ਆਪ ਨੂੰ ਐਸਟੈਬਲਿਸ਼ ਕਰਨ ਲਈ, ਓਨਲੀ ਇਫ ਇੰਡੀਆ ਕੈਨ ਇਨਸ਼ੋਰ ਕਿ ਇਹ ਇਕਨੋਮਿਕਲੀ ਵਾਇਬਲ ਹੋਊਗਾ। ਇੱਥੇ ਜ਼ਿਆਦਾ ਤੋਂ ਜ਼ਿਆਦਾ ਟ੍ਰੇਡ, ਟ੍ਰਾਂਜ਼ਿਟ, ਫਰੇਟ ਜਿਹੜਾ ਹੈ ਉਹ ਮੂਵ ਕਰੇਗਾ, ਰਾਈਟ। ਸੋ ਇਸੇ ਲਈ ਇਹ ਦੋ ਵੱਡੇ ਚੈਲੰਜਸ ਰਹਿਣਗੇ ਫਿਊਚਰ 'ਚ, ਪੋਲੀਟੀਕਲ ਤੇ ਇਕਨੋਮਿਕ। ਤਾਂ ਇਹਨਾਂ ਨੂੰ ਅਗਰ ਓਵਰਕਮ ਕਰ ਪਾਉਂਦੇ ਆ ਦੈਨ ਇਟ ਵਿਲ ਬੀ ਅ ਵੈਰੀ ਗ੍ਰੈਂਡ ਅਚੀਵਮੈਂਟ ਫॉर ਇੰਡੀਆ, ਰਾਈਟ। ਸੋ ਦੇਖਦੇ ਆ ਅੱਗੇ ਚੱਲ ਕੇ ਕਿਆ ਹੁੰਦਾ, ਬਟ ਫॉर ਨਾਓ ਦਿਸ ਇਜ਼ ਅ ਵੈਰੀ ਇੰਪੋਰਟੈਂਟ ਟੌਪਿਕ, ਆਪਦੇ ਕੋਲ ਲਿਖ ਕੇ ਰੱਖੋ, ਕੁਐਸਚਨ ਹਾਈਲੀ ਪ੍ਰੋਬੇਬਲ। ਦੈਨ ਥਰਡ ਟੌਪਿਕ CEC ਸਿਲੈਕਸ਼ਨ ਪੈਨਲ, ਚੀਫ ਇਲੈਕਸ਼ਨ ਕਮਿਸ਼ਨ। ਦੇਖੋ ਪ੍ਰੈਜ਼ੈਂਟਲੀ ਇਲੈਕਸ਼ਨ ਕਮਿਸ਼ਨ ਆਪਾਂ ਨੂੰ ਦੇਖੋ ਬਹੁਤ ਹੀ ਇੰਪੋਰਟੈਂਟ ਬਾਡੀ ਹੈ। ਆਰਟੀਕਲ 324 ਦੇ ਅੰਡਰ ਫ੍ਰੀ ਐਂਡ ਫੇਅਰ ਇਲੈਕਸ਼ਨਸ ਪੂਰੇ ਇੰਡੀਆ ਵਿੱਚ ਕਰਾਉਣ ਲਈ ਇਹ ਬਾਡੀ ਜਿਹੜੀ ਹੈ ਰਿਸਪੌਂਸਿਬਲ ਹੈ, ਰਾਈਟ। ਹੁਣ ਇਹਨੂੰ ਫ੍ਰੀ ਐਂਡ ਫੇਅਰ, ਕਿਸੇ ਵੀ ਪੋਲੀਟੀਕਲ ਪ੍ਰੈਸ਼ਰਸ ਤੋਂ ਦੂਰ ਰੱਖਣ ਲਈ ਇਹਦਾ ਅਪਾਇੰਟਮੈਂਟ ਪ੍ਰੋਸੀਜਰ ਵੀ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਪ੍ਰੈਜ਼ੀਡੈਂਟ ਸਿਲੈਕਟ ਕਰਦਾ ਹੈ ਚੀਫ ਇਨਫੋਰਮੇਸ਼ਨ ਕਮਿਸ਼ਨਰ ਨੂੰ ਔਨ ਦੀ ਰਿਕਮੈਂਡੇਸ਼ਨ ਆਫ ਕਮੇਟੀ, ਜਿਹੜੀ ਕਿ ਚੂਜ਼ ਕਰਦੀ ਹੈ ਕਿ ਕਿਹੜਾ ਮੈਂਬਰ CEC ਬਣਨਾ ਚਾਹੀਦਾ ਹੈ। ਇਹ ਕਮੇਟੀ 'ਚ ਕੌਣ-ਕੌਣ ਹੈ? ਵਨ ਇਜ਼ ਪ੍ਰਾਈਮ ਮਿਨਿਸਟਰ, ਮਤਲਬ ਫਰਸਟ ਪੋਲੀਟੀਕਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਯੂ ਕੈਨ ਸੇ। ਸੈਕੰਡ ਇਜ਼ ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ, ਮਤਲਬ ਦੂਸਰੀ ਪੋਲੀਟੀਕਲ ਪਾਰਟੀ ਦੇ ਲੀਡਰ, ਠੀਕ ਹੈ ਜੀ। ਉਸ ਤੋਂ ਬਾਅਦ ਨਿਊਟਰਲ ਆਦਮੀ CGI ਜੁਡੀਸ਼ਰੀ ਦੀ ਰਿਪਰੈਜ਼ੈਂਟੇਸ਼ਨ, है ना। तो मतलब क्या है, हम डिफरेंट पॉलिटिकल पार्टीज रिप्रेजेंटेड है, CGI रिप्रेजेंटेड है। तो मतलब कोई भी गवर्नमेंट या कोई भी पॉलिटिकल पार्टी ਇਨਫੋਰਮੇਸ਼ਨ ਕਮਿਸ਼ਨਰ ਨੂੰ ਕੰਟਰੋਲ ਨਹੀਂ ਕਰ ਸਕਦੀ, ਰਾਈਟ। ਬਟ ਨਾਓ ਹੁਣ ਚੇਂਜਸ ਕਿਆ ਪ੍ਰਪੋਜ਼ ਕੀਤੇ ਜਾ ਰਹੇ ਨੇ ਕਿ CGI ਨੂੰ ਹਟਾ ਕੇ ਕੈਬਨਿਟ ਮਿਨਿਸਟਰ ਇੱਥੇ ਇੰਟਰੋਡਿਊਸ ਕਰ ਦਿੱਤਾ ਜਾਵੇ। ਦੈਟ ਮੀਨਸ ਪੋਲੀਟੀਕਲ ਪਾਰਟੀ 1 ਵਿੱਚੋਂ 2 ਮੈਂਬਰਸ ਹੋਣਗੇ, ਪੋਲੀਟੀਕਲ ਪਾਰਟੀ 2 ਵਿੱਚੋਂ ਸਿਰਫ ਇੱਕ ਮੈਂਬਰ। ਸੋ ਓਬਵੀਅਸਲੀ 2 ਦਾ ਵੋਟ ਹਮੇਸ਼ਾ ਇੱਕ ਲਾਈਨ ਤੇ ਜਾਏਗਾ ਐਂਡ ਦੇ ਵਿਲ ਬੀ ਦ ਵਿਨਰਸ। मतलब जो रूलिंग पॉलिटिकल पार्टी है, रूलिंग पॉलिटिकल पार्टी है, बिकॉज प्राइम मिनिस्टर एंड कैबिनेट मिनिस्टर कम फ्रॉम रूलिंग पॉलिटिकल पार्टी। सो जो रूलिंग पॉलिटिकल पार्टी है, पॉलिटिकल पार्टी 1, वी सेड दैट विल बी एबल टू डिक्टेट कि कौन चीफ इलेक्शन कमिश्नर बनेगा। दैट मीन्स इलेक्शंस जो है इन्हां दी नज़र इन्हां दे कंट्रोल दे विच रहणगे, right। This is a very very threatening bill that has been introduced। As citizens also we should be worried, but as aspirants also you need to write this. This is a very big threat to the Indian democracy that we have been seeing। So this type of bill has to be avoided at any cost, right। ठीक है जी, ऐसे controversial है, less likely कि पूछा जावे, but you can use it in your answers in a very neutral way। किसी भी पार्टी, किसी भी बंदे का नाम नहीं लिखोगे, ਰਾਈਟ। ਲਾਸਟ ਨਿਊਜ਼ ਆਈ ਹੈ ਫਾਰਮਰਸ ਡੈਪ ਤੇ, ਸਪੈਸ਼ਲੀ ਪੰਜਾਬ ਫਾਰਮਰਸ ਦੇ ਉੱਤੇ ਨਾਬਾਰਡ ਨੇ ਪਾਰਲੀਮੈਂਟ ਵਿੱਚ ਡਾਟਾ ਰਿਪਰੈਜ਼ੈਂਟ ਕੀਤਾ ਹੈ। ਬਹੁਤ ਹੀ ਇੰਪੋਰਟੈਂਟ ਹੋ ਜਾਂਦਾ ਹੈ ਡਾਟਾ ਵੀ, ਬਟ ਅਦਰਵਾਈਜ਼ ਆਲਸੋ ਆਬਜ਼ਰਵੇਸ਼ਨਸ ਆਰ ਵੈਰੀ ਕੰਸਰਨਿੰਗ ਫॉर ਪੰਜਾਬ, ਠੀਕ ਹੈ ਜੀ। ਰਿਪੋਰਟ ਕਿਆ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਆਲਮੋਸਟ 25 ਲੱਖ ਜਿਹੜੇ ਫਾਰਮਰ ਨੇ ਉਹ ਇੰਡੈਟਡ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਕਰਜ਼ੇ ਵਿੱਚ ਫਸੇ ਹੋਏ ਨੇ। ਤੇ ਹਰ ਫਾਰਮਰ ਤੇ ਅਗਰ ਤੁਸੀਂ ਐਵਰੇਜ ਲੋਨ ਦੇਖੋ ਤਾਂ 3 ਲੱਖ ਰੁਪਏ ਦਾ ਐਵਰੇਜ ਲੋਨ ਹਰ ਫਾਰਮਰ ਤੇ ਹੈ, ਅਰਾਊਂਡ 3 ਲੱਖ, 2.95 ਲੱਖ ਜਿਹੜੀ ਐਗਜ਼ੈਕਟ ਫਿਗਰ ਹੈ, ਇਫ ਯੂ ਵਾਂਟ ਟੂ ਲਰਨ ਦੈਟ ਆਲਸੋ, ਠੀਕ ਹੈ ਜੀ। 2017 ਤੋਂ 21 ਦੇ ਵਿੱਚ 1000 ਫਾਰਮਰਸ ਨੇ ਸੁਸਾਈਡ ਵੀ ਕੀਤੇ ਹੈ ਪੰਜਾਬ ਦੇ ਇਲਾਕੇ ਦੇ ਵਿੱਚ ਅਲੋਨ,
ਰਾਈਟ। ਸੋ ਇਹ ਬਹੁਤ ਹੀ ਕੰਸਰਨਿੰਗ ਪਿਕਚਰ ਆਪਣੀ ਐਗਰੀਕਲਚਰ, ਆਪਣੇ ਫਾਰਮਰ ਦੇ ਬਾਰੇ ਪ੍ਰੈਜ਼ੈਂਟ ਕਰ ਰਿਹਾ ਹੈ। ਰਾਈਟ, ਉਸ ਤੋਂ ਬਾਅਦ ਸਿਰਫ ਫਾਰਮਰ ਹੀ ਨਹੀਂ ਬਟ ਫਾਰਮ ਲੇਬਰ ਵੀ ਬਹੁਤ ਸਫਰ ਕਰ ਰਹੀ ਹੈ। ਦੇਖੋ ਇਹਨਾਂ ਦੀ ਐਵਰੇਜ ਇਨਕਮ ਹੀ ਸਿਰਫ 24,000 ਰੁਪਇਆ ਹੈ। ਰਾਈਟ, ਮਹੀਨੇ ਦੀ ਆਈ ਮੀਨ। ਰਾਈਟ, ਐਂਡ ਅਗਰ ਇਹਨਾਂ ਦਾ ਤੁਸੀਂ ਡੈਟ ਦੇਖੋ ਤਾਂ ਆਲਮੋਸਟ 4 ਟਾਈਮਸ ਇਹਨਾਂ ਦੀ ਐਵਰੇਜ ਇਨਕਮ, ਇਹਨਾਂ ਦੀ ਇਨਕਮ ਦਾ ਹੁੰਦਾ ਹੈ। ਜਿੰਨਾ ਵੀ ਇਹਨਾਂ ਨੇ ਕਰਜ਼ਾ ਲਿੱਤਾ ਹੈ ਆਲਮੋਸਟ 4 ਟਾਈਮਸ ਦੇਅਰ ਇਨਕਮ ਰਿਪਰੈਜ਼ੈਂਟ ਕੀਤਾ ਗਿਆ ਹੈ ਨਬਾਰਡ ਦੁਆਰਾ। ਤੇ ਇਹਨਾਂ ਦੇ ਵੀ ਸੁਸਾਈਡਸ ਅਗਰ ਦੇਖੋ ਤੁਸੀਂ 4 ਸਾਲਾਂ ਦੇ ਵਿੱਚ 2015 ਤੋਂ 19 ਦੇ ਵਿੱਚ 800 898 ਹੋ ਗਏ ਹੈ। ਸੌਰੀ ਮੈਨੂੰ ਇਹਦੀ ਪੰਜਾਬੀ ਨਹੀਂ ਪਤਾ। ਸੋ that means almost 900 suicides ਇਹਦੇ ਵੀ ਹੋ ਚੁੱਕੇ ਨੇ। ਸੋ this is a very very concerning situation। ਆਪਾਂ ਇਹ ਡਾਟਾ because it is been presented even by NABARD, ਸੋ ਇਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। Do use this data in your answers, right? That is all for today's discussion. If you have any doubt, query, you want to connect with me, you want to understand any, doubt, you want to clarify any doubt, just reach out to me and I'll be there to help you. Thank you so much for joining.